ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੇ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਜੀਵਨ ਇਤਿਹਾਸ, ਉਹਨਾਂ ਵਿੱਚੋਂ ਜੋ ਭਾਈ ਵੀਰ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ ਗੁਰੂ ਨਾਨਕ ਚਮਤਕਾਰ ਦੇ ਵਿੱਚ, ਉਸ ਵਿੱਚੋਂ ਬਾਲ ਚੂਜ ਅਸੀਂ ਸਰਵਣ ਕਰ ਰਹੇ ਹਾਂ। ਸੋ ਕੱਲ ਤੱਕ ਅਸੀਂ ਜੋ ਇਤਿਹਾਸ ਵਿੱਚ ਆ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੋਪਾਲ ਪਾਂਧੇ ਨੂੰ ਆਪਣੇ ਜਿਹੜੇ ਸੀ ਉਹ ਕੌਤਕ ਵਿਖਾਏ। ਹੁਣ ਪੰਡਿਤ ਬ੍ਰਿਜਨਾਥ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਰੇ ਪੁਰੋਹਿਤ ਹਰਦਿਆਲ ਦੇ ਕੋਲੋਂ ਉਹਨਾਂ ਦੇ ਬਾਬਤ ਸੁਣਿਆ ਸੀ, ਉਹਨਾਂ ਦੇ ਮਨ ਵਿੱਚ ਚਾਅ ਸੀ ਕਿ ਗੁਰੂ ਨਾਨਕ ਸਾਹਿਬ ਜੀ ਮੈਨੂੰ ਵੀ ਆਪਣੇ ਪ੍ਰਤੱਖ ਰੂਪ ਦੇ ਵਿੱਚ ਜੋ ਦਰਸ਼ਨ ਦੇ ਕੇ ਆਪਣੇ ਕੌਤਕ ਵਿਖਾਉਣ। ਇਸ ਮਨ ਦੇ ਵਿੱਚ ਤਾਂਘ ਪੈਦਾ ਕਰਕੇ ਜਿਹੜਾ ਵਾ ਉਹ ਪੰਡਿਤ ਬ੍ਰਿਜਨਾਥ ਜੀ ਵੀ ਬੈਠੇ ਹੋਏ ਨੇ। ਸੋ ਅੱਜ ਇਹ ਇਤਿਹਾਸ ਅਸੀਂ ਅੱਗੇ ਸਰਵਣ ਕਰਨਾ ਹੈ, ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਬ੍ਰਿਜਨਾਥ ਨੂੰ ਆਪਣੇ ਕੌਤਕਾਂ ਦੇ ਨਾਲ ਨਿਹਾਲ ਕੀਤਾ। ਸੋ ਆਓ ਵਿਚਾਰ ਕਰਨ ਤੋਂ ਪਹਿਲਾਂ ਗੁਰਫਤਿਹ ਨਾਲ ਸਾਂਝ ਬਣਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰਿ ਗੁਰ ਸੰਗ ਥੀਏ। ਜੋ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦਾ, ਉਹਨਾਂ ਨੂੰ ਮਿਲਦਾ, ਉਹ ਆਪ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਰਗਾ ਆਪ ਉਹਦਾ ਜੀਵਨ ਹੋ ਜਾਂਦਾ। ਐਸੇ ਸਤਿਗੁਰੂ ਦੀਨ ਦਿਆਲ ਦੇ ਦਰਸ਼ਨ ਸਨ। ਇੱਕ ਦਿਨ ਮਹਿਤਾ ਕਾਲੂ ਜੀ ਫਿਰ ਪੁਰੋਹਿਤ ਹਰਦਿਆਲ ਪਾਸ ਗਿਲਾ ਕੀਤਾ, ਭਾਵ ਸ਼ਿਕਾਇਤ ਕੀਤੀ, ਨਾਰਾਜ਼ਗੀ ਜ਼ਾਹਰ ਕੀਤੀ ਕਿ ਪੁਰੋਹਿਤ ਜੀ ਤੁਸੀਂ ਭਲੀ ਪੱਤਰੀ ਲਿਖੀ, ਤੁਸਾਂ ਚੰਗੇ ਨਛੱਤਰ ਵਿਚਾਰੇ, ਸਾਡਾ ਪੁੱਤਰ ਆਲਸੀ ਹੋ ਘਰ ਵਿੱਚ ਪਿਆ ਰਹਿੰਦਾ ਹੈ। ਇਹਦੇ ਉੱਤੇ ਦਲਿਦਰੀਆਂ ਨੇ ਆਪਣਾ ਜਾਲ ਜਿਹੜਾ ਉਹ ਵਿਛਾ ਲਿਆ। ਇਹ ਬੜੀ ਐਸ਼ ਵਾਲੀ ਜ਼ਿੰਦਗੀ ਜੀਉਣ ਵਾਲਾ ਹੈ। ਇਹ ਤੇ ਲੇਖਾ ਪਤਾ ਪੜ੍ਹ ਸੁਣ ਕੇ ਜੋ ਵੀ ਇਹਨੂੰ ਪੜ੍ਹਾਇਆ ਸੀ ਉਹਨੇ ਗਾਲ ਸੁੱਟਿਆ। ਘਰ-ਬਾਰ ਇਹ ਕਿਸ ਤਰ੍ਹਾਂ ਸੰਭਾਲੇਗਾ? ਤਾਂ ਹਰਦਿਆਲ ਪੁਰੋਹਿਤ ਨੇ ਪੰਡਿਤ ਮਾਫ਼ ਕਰਨਾ ਮਹਿਤਾ ਕਲਿਆਣ ਦਾਸ ਜੀ ਨੂੰ ਫਿਰ ਮੱਤ ਦਿੱਤੀ, ਕਿਉਂਕਿ ਘਰ ਦਾ ਪੁਰੋਹਿਤ ਹੈ। ਤੇ ਮਹਿਤਾ ਕਲਿਆਣ ਦਾਸ ਨੂੰ ਆਖਦੇ ਨੇ, ਮਹਿਤਾ ਜੀ ਤੁਹਾਡਾ ਪੁੱਤਰ ਬੜੀ ਨਿਆਮਤ ਵਾਲਾ ਹੈ। ਇਹ ਪੁੱਤਰ ਤਾਂ ਧੁਰੋਂ ਆਇਆ ਹੈ ਜਗਤ ਦੀ ਕਲਿਆਣ ਵਾਸਤੇ। ਤੁਸੀਂ ਉਦਾਸ ਨਾ ਹੋਵੋ। ਜੇ ਲੇਖਾ ਪੱਤਾ ਵਹੀ ਖਾਤਾ, ਜਗਤ ਵਿਹਾਰ ਦੀ ਵਿਦਿਆ ਛੱਡੀ, ਤਾਂ ਚਿੱਤ ਕਿਉਂ ਉਦਾਰ ਆਉਂਦਾ ਹੈ? ਇਸ ਨੂੰ ਸਿਆਣੇ ਪੰਡਿਤ ਪਾਸ ਬਹਾਲ, ਜੋ ਉੱਚੀ ਦਰਸ਼ਨ ਵਿਦਿਆ ਪਾਵੇ। ਕਿਉਂਕਿ ਉਸ ਸਮੇਂ ਜਾਂ ਤੇ ਪ੍ਰਮੁੱਖ ਵਿਦਿਆ ਸੰਸਕ੍ਰਿਤ ਸੀ, ਜਾਂ ਫਿਰ ਧਾਰਮਿਕ ਵਿਦਿਆ ਪੰਡਿਤ ਗ੍ਰਹਿਣ ਕਰਾਉਂਦਾ ਸੀ, ਜਾਂ ਇਲਮ ਵਾਲੀ ਮੁੱਲਾਂ ਦੇ ਪਾਸ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਪੜ੍ਹਨ ਵਾਸਤੇ ਗਈ ਸੀ। ਹੁਣ ਪਾਂਧੇ ਪਾਸ ਤੇ ਜੋ ਪ੍ਰਮੁੱਖ ਵਿਦਿਆ ਹੈ, ਸੰਸਾਰੀ ਵਿਦਿਆ ਪੜ੍ਹਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੇਜਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਪਾਂਧੇ ਗੋਪਾਲ ਦਾਸ ਨੂੰ ਆਪ ਪੜ੍ਹਾ ਕੇ ਤੇ ਵਾਪਸ ਆ ਗਏ। ਭਾਵ ਇੰਨੀ ਉੱਚੀ ਮੱਤ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵੀ ਪਾਂਧਾ ਜੀ ਪੜ੍ਹਾਉਂਦੇ ਸਨ ਤੇ ਉਸੇ ਸਮੇਂ ਉਹਨੂੰ ਯਾਦ ਕਰਕੇ ਸੁਣਾ ਦਿੰਦੇ। ਤੇ ਪਾਂਧਾ ਜੀ ਹੈਰਾਨ ਸਨ ਕਿ ਇੱਕ ਛੋਟਾ ਜਿਹਾ ਬਾਲਕ, ਕਈ ਵਰ੍ਹੇ ਲੱਗ ਜਾਂਦੇ ਨੇ ਬਾਲਕ ਨੂੰ ਸਿਖਾਉਣ ਲੱਗਿਆ, ਪਰ ਇਹ ਤੇ ਜੋ ਮੈਂ ਬੋਲਦਾ ਉਹੀ ਉਸੇ ਸਮੇਂ ਯਾਦ ਕਰਕੇ ਸੁਣਾ ਦਿੰਦਾ।
ਹੁਣ ਜਦੋਂ ਸਭ ਕੁਝ ਸਿੱਖ ਕੇ ਘਰ ਵਿੱਚ ਆਇਆ ਤੇ ਮਹਿਤਾ ਕਲਿਆਣ ਦਾਸ ਦੇ ਮਨ ਵਿੱਚ ਇਹ ਆਇਆ ਕਿ ਬੱਚਾ ਤੇ ਪੜ੍ਹ ਲਿਖ ਗਿਆ, ਪਰ ਫਿਰ ਵੀ ਆਣ ਕੇ ਆਲਸੀ ਹੋ ਗਿਆ, ਕਰੀਏ ਕੀ? ਤੇ ਫਿਰ ਉਸ ਸਮੇਂ ਪੁਰੋਹਿਤ ਹਰਦਿਆਲ ਜੀ ਨੇ ਆਖਿਆ ਕਿ ਮਹਿਤਾ ਜੀ, ਹੋ ਸਕਦਾ ਏ ਬੜਾ ਉੱਚੀ ਬੁੱਧ ਵਾਲਾ ਏ, ਮੱਤ ਵਾਲਾ ਏ, ਤੇ ਕਿਉਂ ਨਾ ਇਹਨੂੰ ਧਰਮ ਦੀ ਦੁਨੀਆ ਵਿੱਚ ਪਾਈਏ, ਭਾਵ ਪੰਡਤ ਦੇ ਕੋਲ ਭੇਜੀਏ। ਹੁਣ ਇਹ ਵਿਚਾਰ ਚਰਚਾ ਜਿਹੜੀ ਉਹ ਚੱਲ ਰਹੀ ਹੈ। ਜਦੋਂ ਇਹ ਮਹਿਤਾ ਕਲਿਆਣ ਦਾਸ ਜੀ ਆਖ ਰਹੇ ਨੇ ਤੇ ਪੁਰੋਹਿਤ ਹਰਦਿਆਲ ਜੀ ਕਹਿੰਦੇ ਨੇ ਕਿ ਇਸ ਨੂੰ ਸਿਆਣੇ ਪੰਡਿਤ ਪਾਸ ਬਹਾਲ, ਜੋ ਉੱਚੀ ਦਰਸ਼ਨ ਵਿਦਿਆ ਜਿਹੜਾ ਵਾ ਇਹਨੂੰ ਦੇਵੇ, ਇਹ ਪ੍ਰਾਪਤ ਕਰ ਲਵੇਗਾ, ਇਹ ਸ਼ਾਸਤਰਗਤ ਹੋਵੇਗਾ। ਕੀ ਪਤਾ ਕਿਸ ਧਰਤੀ ਤੇ ਸ਼ੰਕਰ ਫਿਰ ਆਇਆ ਹੋਵੇ, ਜੋ ਦਿਗ ਵਿਜੇ ਕਰਕੇ ਜਮਨਾ ਤੋਂ ਧਰਤੀ ਸਾਫ਼ ਕਰਨ ਵਾਲਾ ਭਗਵਾਨ ਹੋ ਭਾਵੇਂ। ਇਹ ਉਦਾਹਰਨ ਦਿੱਤੀ ਹੈ ਭਗਵਾਨ ਸ਼ੰਕਰ ਦੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੀ ਪਤਾ ਉਹਨਾਂ ਵਾਂਗ ਵੀ ਇਸ ਧਰਤੀ ਦੇ ਉੱਤੇ ਆਣ ਕੇ ਤੇ ਜਿਹੜੇ ਲੋਕ, ਜਿਹੜੇ ਰਾਜੇ, ਜਿਹੜੇ ਜਰਵਾਣੇ ਬਣ ਕੇ, ਰਾਜੇ ਸ਼ੀਹ ਮੁਕੱਦਮ ਕੁੱਤੇ ਬਣ ਕੇ ਇਸ ਧਰਤੀ ਦੇ ਉੱਤੇ ਅਤਿਆਚਾਰ ਕਰ ਰਹੇ ਨੇ, ਕੀ ਪਤਾ ਹੋਵੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਐਸੀ ਮੱਤ ਬੁੱਧ ਵਾਲੇ ਹੋਣ, ਧਰਮ ਦਾ ਗਿਆਨ ਲੈ ਕੇ ਇਸ ਧਰਤੀ ਨੂੰ ਜਿਹੜਾ ਵਾ ਉਹ ਪਾਪਾਂ ਤੋਂ ਬਚਾ ਲੈਣ। ਜੇ ਇਹ ਸੰਸਾਰੀ, ਜਿਹਨੂੰ ਨੀਵੀਂ ਵਿਦਿਆ ਆਖਿਆ ਜਾਂਦਾ ਸੀ ਸ਼ਾਸਤਰਾਂ ਦੇ ਵਿੱਚ, ਇਹ ਸੰਸਾਰੀ ਵਿਦਿਆ ਨੀਵੀਂ ਹੈ ਤੇ ਜਿਹੜੀ ਅਧਿਆਤਮਿਕ ਵਿਦਿਆ ਉੱਚੀ ਹੈ। ਹੁਣ ਇੱਥੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਕੀ ਪਤਾ ਨੀਵੀਂ ਵਿਦਿਆ ਨਹੀਂ ਪਾਉਂਦਾ ਤਾਂ ਉੱਚੀ ਵਿਦਿਆ ਵੇਖ ਕੇ ਇਹਦੇ ਮਨ ਨੂੰ ਧਰਵਾਸ ਆ ਜਾਵੇ। ਤਾਂ ਮਹਿਤਾ ਕਾਲੂ 2-4 ਦਿਨ ਪੁੱਤਰ ਨੂੰ ਕਦੇ ਗੁੱਸੇ ਹੁੰਦਾ ਹੈ, ਕਦੇ ਸਮਝਾਉਂਦਾ ਹੈ, ਤੇ ਇੱਕ ਦਿਨ ਬ੍ਰਿਜਨਾਥ ਪੰਡਤ ਦੇ ਕੋਲ ਮਹਿਤਾ ਕਲਿਆਣ ਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਹ ਜਿਹੜੇ ਨੇ ਲੈ ਕੇ ਗਏ। ਉਹ ਅੱਗੇ ਹੀ ਤੰਗਦਾ ਸੀ। ਕੌਣ? ਬ੍ਰਿਜਨਾਥ ਪੰਡਤ। ਪੰਡਤ ਅੱਗੇ ਹੀ ਤੰਗਦਾ ਸੀ ਕਿ ਮੇਰੇ ਕੋਲ ਬਾਲਕਾ ਭਾਵ ਗੁਰੂ ਨਾਨਕ ਸਾਹਿਬ ਜੀ ਜੋ ਬਾਲਕ ਰੂਪ ਵਿੱਚ ਹਨ, ਉਹ ਮੇਰੇ ਕੋਲ ਆਉਣ, ਮੈਂ ਉਹਨਾਂ ਦੇ ਦਰਸ਼ਨ ਕਰਾਂ, ਮੈਂ ਉਹਨਾਂ ਨੂੰ ਨੇੜੇ ਹੋ ਕੇ ਤੱਕਾਂ। ਕਿਉਂਕਿ ਪੁਰੋਹਿਤ ਹਰਦਿਆਲ ਨੇ ਉਹਦੇ ਬਾਬਤ ਪਿੱਛੇ ਅਸੀਂ ਵਿਚਾਰ ਆਏ ਹਾਂ ਕਿ ਉਹਨਾਂ ਦੇ ਬਾਬਤ ਬੜਾ ਕੁਝ ਦੱਸਿਆ ਸੀ ਕਿ ਉਹ ਬਾਲਕਾ ਕੋਈ ਆਮ ਇਨਸਾਨ ਨਹੀਂ ਲੱਗਦਾ ਏ, ਕਿ ਇਸ ਧਰਤੀ ਤੇ ਕੋਈ ਮਾਨੋ ਅਵਤਾਰ ਆਇਆ ਹੋਵੇ। ਚਲੋ ਇਹ ਸਭ ਦੇਖ ਕੇ ਤੇ ਮਨ ਵਿੱਚ ਬੜੀ ਖੁਸ਼ੀ ਹੈ ਕਿ ਮੇਰੇ ਕੋਲ ਬਾਲਕ ਨਾਨਕ ਆਇਆ ਏ। ਸੋ ਉਹਨੇ ਉਹ ਮੌਕਾ ਜਿਹੜਾ ਸੀ, ਜਿਹੜਾ ਉਹ ਚਾਹੁੰਦਾ ਸੀ, ਉਹ ਮੌਕਾ ਆ ਗਿਆ ਤੇ ਉਸ ਮੌਕੇ ਨੂੰ ਸੰਭਾਲਿਆ। ਪੰਡਤ ਨੇ ਹੁਣ ਸੰਸਕ੍ਰਿਤ ਦੇ ਅੱਖਰ ਪਾ ਦਿੱਤੇ। ਉਹਨਾਂ ਦਾ ਉੱਠਣਾ ਬੈਠਣਾ, ਬੋਲ ਚਾਲ, ਉਹਨਾਂ ਦੀ ਚੁੱਪ, ਉਹਨਾਂ ਦਾ ਜੋ ਕੁਝ ਵੀ ਭਾਵ ਬਾਲਕ ਨਾਨਕ ਦਾ, ਉਹ ਬੜੇ ਧਿਆਨ ਦੇ ਨਾਲ ਤੱਕ ਰਹੇ ਸਨ ਕਿ ਕਿਉਂ ਨਾ ਇਹਨਾਂ ਦੇ ਵਿੱਚੋਂ ਜੋ ਪੁਰੋਹਿਤ ਹਰਦਿਆਲ ਜੀ ਦੱਸ ਰਹੇ ਸਨ ਉਹ ਝਲਕ ਮੈਨੂੰ ਵੀ ਦਿਖੇ। ਤੇ ਬੜੇ ਧਿਆਨ ਦੇ ਨਾਲ ਇਹ ਦੇਖ ਰਹੇ ਨੇ, ਤੱਕ ਰਹੇ ਨੇ, ਸਾਹਮਣੇ ਦੇਖਦੇ ਨੇ ਮੱਥੇ ਦਾ ਪ੍ਰਭਾਵ। ਜਦੋਂ ਅੰਦਰ ਆਏ ਤਾਂ ਸੁੱਖ ਦੀ ਪ੍ਰਤੀਤੀ ਐਨ ਅਸਚਰਜ ਹੋ ਗਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਬ੍ਰਿਜਨਾਥ ਦੇ ਕੋਲ, ਉਹਨਾਂ ਦੇ ਕੋਲ ਆਣ ਕੇ ਜਦੋਂ ਉਹਨਾਂ ਦੇ ਨਜ਼ਦੀਕ ਬੈਠੇ ਸਨ ਤੇ ਆਸਾ ਪਾਸਾ ਐਨ ਸ਼ਾਂਤ ਹੋ ਗਿਆ ਸੀ। ਕਦੇ ਪੰਡਤ ਬ੍ਰਿਜਨਾਥ ਜੀ ਗੁਰੂ ਨਾਨਕ ਸਾਹਿਬ ਜੀ ਦਾ ਪਰਛਾਵਾਂ ਤੱਕਦੇ ਨੇ, ਕਦੇ ਸਿਰ ਦੁਆਲੇ ਜਿਹੜਾ ਵਾ ਉਹ ਚਾਨਣ, ਕਿਉਂਕਿ ਜਿਨ੍ਹਾਂ ਨੇ ਪਿੱਛੇ ਕਲਾਸ ਲਾਈ ਹੋਵੇਗੀ ਉਹਨਾਂ ਨੂੰ ਪਤਾ ਹੋਵੇਗਾ। ਪਾਂਧਾ ਗੋਪਾਲ ਦਾਸ, ਪੁਰੋਹਿਤ ਹਰਦਿਆਲ ਤੇ ਪੰਡਤ ਬ੍ਰਿਜਨਾਥ ਦੇ ਵਿੱਚ ਜਿਹੜੀ ਸੰਵਾਦ ਹੋਇਆ ਸੀ ਉਹਦੇ ਵਿੱਚ ਦੱਸਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਾਲਕ ਦੱਸਦੇ ਨੇ ਨਾਲ ਖੇਡਣ ਵਾਲੇ ਕਿ ਗੁਰੂ ਨਾਨਕ ਸਾਹਿਬ ਬਾਲਕ ਦੇ ਸਿਰ ਪਿੱਛੇ ਸੂਰਜ ਦੀ ਤਰ੍ਹਾਂ ਇੱਕ ਚੱਕਰ ਘੁੰਮਦਾ ਏ। ਅਸੀਂ ਕਦੀ-ਕਦੀ ਦੇਖਦੇ ਹਾਂ ਜਦੋਂ ਸਮਾਧੀ ਵਿੱਚ ਬੈਠਦੇ ਨੇ ਤੇ ਉਹਨਾਂ ਦੇ ਪਿੱਛੇ ਇੱਕ ਗੋਲ ਚੱਕਰ ਸੂਰਜ ਦੀ ਤਰ੍ਹਾਂ ਰੋਸ਼ਨੀ ਵਾਲਾ ਜਿਹੜਾ ਉਹ ਦਿਖਦਾ ਏ। ਹੁਣ ਇੱਥੇ ਪੰਡਤ ਜੀ ਉਹ ਦੇਖ ਰਹੇ ਨੇ ਕਿ ਕੀ ਮੈਨੂੰ ਵੀ ਦਿਖੇਗਾ?
मैं भी ਦੇਖਾਂਗਾ ਜੋ ਬਾਲਕ ਦੇ ਪਿੱਛੇ ਜਿਹੜਾ ਉਹ ਸੂਰਜ ਦੀ ਤਰ੍ਹਾਂ ਰੋਸ਼ਨੀ ਵਾਲਾ ਚੱਕਰ ਹੈ ਉਹ ਘੁੰਮਦਾ ਏ। ਹੁਣ ਉਸ ਚਾਨਣ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਣ ਵਾਸਤੇ ਬੇਤਾਬ ਨੇ। ਐਨ ਇੱਕ ਟੱਕ ਨੈਣ ਟਕਾ ਕੇ ਬਾਲਕ ਨਾਨਕ ਵੱਲ ਪੰਡਤ ਜੀ ਦੇਖਦੇ ਨੇ। ਜਦੋਂ ਇਹ ਸਾਰਾ ਕੁਝ ਤੱਕ ਰਹੇ ਨੇ ਤੇ ਜੋ ਪੰਡਤ ਬ੍ਰਿਜਨਾਥ ਨੇ ਪੂਰਨੇ ਪਾਏ ਸਨ ਨਾ, ਅੱਖਰ ਪਾਏ ਸਨ, ਉਹ ਅੱਖਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਲਿਖੇ ਬੜੇ ਹੈਰਾਨ ਰਹੇ। ਝੱਟ ਹੀ ਬਿਨਾਂ ਦੇਰ ਉਹਨਾਂ ਅੱਖਰਾਂ ਨੂੰ ਗੁਰੂ ਨਾਨਕ ਜੀ ਨੇ ਉਤਾਰ ਕੇ ਤੇ ਪੰਡਤ ਬ੍ਰਿਜਨਾਥ ਦੇ ਸਾਹਮਣੇ ਰੱਖ ਦਿੱਤਾ। ਕੀ ਦੇਖਦੇ ਨੇ ਕਿ ਇੱਕ ਦਿਨ, ਕਿਉਂਕਿ ਇਹ ਹੈਰਾਨੀਜਨਕ ਗੱਲ ਹੈ, ਪੰਡਤ ਬ੍ਰਿਜਨਾਥ ਦੇ ਕੋਲੋਂ ਪੜ੍ਹ ਰਹੇ ਨੇ, ਹੁਣ ਘਰ ਜਾਂਦੇ ਨੇ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਗੁਰੂ ਜੀ ਇੱਕ ਕਾਗਜ਼ ਲਈ ਬਾਲਕਾਂ ਵਿੱਚ ਖੇਡਦੇ ਨੇ ਤੇ ਜਦੋਂ ਖੇਡਦਿਆਂ ਪਿਤਾ ਮਹਿਤਾ ਕਾਲੂ ਜੀ ਨੇ ਪੁੱਛਿਆ ਨਾ, ਬੇਟਾ ਜੀਓ ਇਹ ਕੀ ਲਈ ਫਿਰਦੇ ਹੋ? ਤੇ ਆਪ ਨੇ ਦੱਸਿਆ, ਭਾਵ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਇਹ ਸਪਤ ਸਲੋਕੀ ਗੀਤਾ ਹੈ। ਜਦੋਂ ਇਹ ਦੇਖਿਆ ਤੇ ਪਿਤਾ ਨੇ ਫਿਰ ਪੁੱਛਿਆ ਕਿ ਵਾਚ ਲੈਂਦੇ ਆ, ਧਿਆਨ ਵੇਖ ਲੈਂਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਇਹ ਬਾਲਕ ਜਿਹੜਾ ਵਾ ਕਹਿ ਰਿਹਾ ਹੈ ਕਿ ਇਹ ਸਪਤ ਸਲੋਕੀ ਗੀਤਾ ਏ, ਤੇ ਦੇਖ ਲੈਂਦੇ ਆ। ਫਿਰ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਪੁੱਤਰ ਜੀ ਤੁਸੀਂ ਇਸ ਸਲੋਕੀ ਗੀਤਾ ਨੂੰ, ਜਿਹੜੀ ਸ਼ਬਦ ਸਲੋਕੀ ਗੀਤਾ, ਇਹਨੂੰ ਵਾਚ ਲੈਂਦੇ ਜੇ, ਭਾਵ ਇਹਦੇ ਅਰਥ ਵੀ ਕਰ ਲੈਂਦੇ ਹੋ? ਤੇ ਆਖਣ ਲੱਗੇ, ਕੌਣ ਆਖਣ ਲੱਗੇ? ਗੁਰੂ ਨਾਨਕ ਸਾਹਿਬ ਜੀ। ਹਾਂ ਪਿਤਾ ਜੀ ਮੈਂ ਵਾਚ ਲੈਂਦਾ। ਜਦੋਂ ਇੰਨੀ ਗੱਲ ਆਖੀ ਤੇ ਮਹਿਤਾ ਕਲਿਆਣ ਦਾਸ ਜੀ ਬੜੇ ਅਸਚਰਜ ਹੋਏ ਤੇ ਆਖਣ ਲੱਗੇ, ਲਾਲ ਇਹ ਪੱਤਰਾ ਲਈ ਫਿਰਦਾ ਸੀ, ਇਹ ਮੈਨੂੰ ਦੇ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਪੱਤਰੇ ਨੂੰ ਆਪਣੇ ਪਿਤਾ ਦੇ ਕੋਲ ਫੜਾਇਆ ਤੇ ਮਹਿਤਾ ਕਲਿਆਣ ਦਾਸ ਜੀ ਫਿਰ ਅਸਚਰਜ ਹੋ ਕੇ ਅੱਜ ਬਾਲਕ ਨਾਨਕ ਦੇ ਨਾਲ ਆਉਂਦੇ ਨੇ ਪੰਡਤ ਦੇ ਕੋਲ, ਪੰਡਤ ਬ੍ਰਿਜਨਾਥ ਦੇ ਕੋਲ, ਕਿ ਆਣ ਕੇ ਉਹ ਪੱਤਰਾ ਫੜਾਉਂਦੇ ਨੇ ਤੇ ਆਖਦੇ ਨੇ ਕਿ ਇਹ ਪੰਡਤ ਜੀ, ਇਹ ਮੇਰਾ ਪੁੱਤਰ ਪੱਤਰਾ ਲਈ ਫਿਰਦਾ ਸੀ ਤੇ ਆਖਦਾ ਇਹ ਸਬਤ ਸਲੋਕੀ ਗੀਤਾ ਹੈ ਤੇ ਇਹਦੇ ਅਰਥ ਵੀ ਕਰਨੇ ਜਾਣਦਾ ਹੈ। ਹੁਣ ਤੁਸੀਂ ਸੁਣੋ ਤੇ ਦੱਸੋ ਕਿ ਏਡੀ ਛੇਤੀ ਇਹ ਇੰਨੀ ਵਿਦਿਆ ਕਿੱਥੋਂ ਪਾ ਗਿਆ? ਪਿਤਾ ਹੈਰਾਨ ਹੈ ਨਾ, ਇੱਕ ਛੋਟਾ ਬਾਲਕਾ, ਤੇ ਇਹ ਆਖਦੇ ਪਏ ਨੇ ਕਿ ਇੰਨੀ ਛੇਤੀ ਇਹ ਵਿਦਿਆ ਕਿੱਥੋਂ ਪ੍ਰਾਪਤ ਕਰ ਗਿਆ। ਜਦੋਂ ਇੰਨੀ ਗੱਲ ਆਖਦੇ ਨੇ ਫਿਰ ਉਧਰ ਮਹਿਤਾ ਕਲਿਆਣ ਦਾਸ ਜੀ ਪੰਡਤ ਨੂੰ ਆਖਦੇ ਨੇ ਤੇ ਪੰਡਤ ਆਖਦਾ ਹੈ ਕਿ ਹੋ ਸਕਦਾ, ਕਿਉਂਕਿ ਉਹਨਾਂ ਪਹਿਲਾਂ ਹੀ ਪੁਰੋਹਿਤ ਹਰਦਿਆਲ ਦੇ ਕੋਲੋਂ ਇਹ ਸਭ ਜਾਣਿਆ ਸੀ। ਸੋ ਇੱਕ ਪਾਸੇ ਮਹਿਤਾ ਕਲਿਆਣ ਦਾਸ ਜੀ ਅਸਚਰਜ ਨੇ, ਉਧਰ ਪੰਡਤ ਬ੍ਰਿਜਨਾਥ ਜੀ ਵੀ ਵੇਖਣਾ ਚਾਹੁੰਦੇ ਨੇ। ਤਾਂ ਅਸਚਰਜ ਹੋ ਕੇ ਪੰਡਤ ਫਿਰ ਉਸ ਗੀਤਾ ਦੇ ਜਿਹੜੇ ਨੇ ਅਰਥ ਸੁਣਨ ਲੱਗਾ ਤੇ ਜਗਤ ਦੇ ਉਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਹਮਣੇ ਬੈਠੇ ਨੇ। ਇੱਕ ਪਾਸੇ ਜਗਤ ਨੂੰ ਤਾਰਨ ਵਾਲੇ ਆਏ ਨੇ, ਦੂਜੇ ਪਾਸੇ ਜਗਤ ਦੇ ਉਸਤਾਦ ਨੇ ਜਿਨ੍ਹਾਂ ਦੇ ਕੋਲ ਗੁਰੂ ਨਾਨਕ ਦੇਵ ਜੀ ਪੜ੍ਹ ਰਹੇ ਨੇ। ਹੁਣ ਸਾਹਮਣੇ ਬੜੇ ਗੰਭੀਰ ਰੰਗ ਵਿੱਚ ਖਿੜੇ ਨੈਣ ਅੱਧ ਮੁੱਲੇ ਤੇ ਮਸਤ ਕਰਕੇ ਪੱਤਰਾ ਪੜ੍ਹ ਦਿੱਤਾ ਬੜੇ ਪਿਆਰ ਦੇ ਨਾਲ ਤੇ ਅਰਥ ਕਰ ਦਿੱਤੇ। ਹੁਣ ਇੱਧਰ ਪੰਡਤ ਟੱਕ ਬੰਨੀ ਚਿਹਰੇ ਵੱਲ ਦੇਖ ਰਿਹਾ ਸੀ। ਨੂਰ ਦੀ ਚਿਹਰੇ ਉੱਤੇ ਜਿਹੜਾ ਨੂਰ ਸੀ ਨਾ, ਐਨ ਪ੍ਰਭਾ ਸੀਸ ਦੁਆਲੇ ਮੰਡਲਾ ਰਹੀ ਸੀ। ਬੜੇ ਮਧੁਰ ਮਧੁਰ ਬਚਨਾਂ ਦੇ ਨਾਲ, ਆਪਣੇ ਬੋਲਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਸੁਣਾ ਰਹੇ ਸਨ ਤੇ ਕੰਨਾਂ ਤੇ ਅੱਖਾਂ ਦੇ ਨਾਲ ਪੰਡਤ ਜੀ ਐਨ ਰਸ ਵਿੱਚ ਮਗਨ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਉਹ ਸਲੋਕ ਜਿਹੜੇ ਸਨ, ਜੋ ਉਹਨਾਂ ਨੇ ਪੱਤਰਾ ਲਿਖਿਆ ਸੀ, ਉਹ ਪਾਠ ਸੁਣ ਰਹੇ ਸਨ। ਪਾਠ ਅਰਥ ਮੁੱਕ ਗਿਆ ਤੇ ਫਿਰ ਮਿੱਠੇ ਮਿੱਠੇ ਲੰਬਾਂ ਤੋਂ, ਭਾਵ ਬੁੱਲਾਂ ਦੇ ਵਿੱਚੋਂ ਆਵਾਜ਼ ਆਈ, ਪੰਡਤ ਜੀ ਕਲਿਆਣ ਕੀਰਤਨ ਵਿੱਚ ਹੈ। ਧਿਆਨ ਨਾਲ ਇਹ ਸਾਖੀ ਸੁਣਨੀ, ਬੜੇ ਅਦਬ ਦੇ ਨਾਲ
ਗੁਰੂ ਨਾਨਕ ਸਾਹਿਬ ਜੀ ਦੀ ਇਹ ਬੜੀ ਸਾਖੀ ਹੈ, ਬੜਾ ਆਨੰਦ ਆਉਂਦਾ। ਜਦੋਂ ਇਹ ਸਾਰੀ ਵਾਰਤਾ ਹੋਈ ਨਾ, ਗੀਤਾ ਦੇ ਅਰਥ ਵੀ ਕਰ ਦਿੱਤੇ, ਸਬਤ ਸਲੋਕੀ ਗੀਤਾ ਦੇ ਅਰਥ ਕੀਤੇ, ਉਹਨੂੰ ਪੜ੍ਹ ਕੇ ਸੁਣਾਇਆ, ਤੇ ਉਸ ਤੋਂ ਬਾਅਦ ਫਿਰ ਬੜੇ ਮਿੱਠੀ ਆਵਾਜ਼ ਵਿੱਚ ਬਾਲਕ ਨਾਨਕ ਨੇ ਪੰਡਤ ਬ੍ਰਿਜਨਾਥ ਨੂੰ ਆਪਣੇ ਮਿੱਠੇ ਬੋਲਾਂ ਦੇ ਨਾਲ ਆਖਿਆ, ਪੰਡਤ ਜੀ ਕਲਿਆਣ ਕੀਰਤਨ ਵਿੱਚ ਹੈ। ਪੰਡਤ ਦੇ ਅਸਚਰਜ ਵਿੱਚ ਪਥਰਾਏ ਨੈਣ ਤੱਕਦੇ ਰਹਿ ਗਏ, ਮਾਨੋ ਬੁੱਤ ਹੋ ਗਿਆ। ਦੇਰ ਬਾਅਦ ਇੱਕ ਸੁਖਦਾਈ ਲੰਮਾ ਸਾਹ ਆਇਆ, ਨੈਣ ਝਮਕੇ ਤੇ ਫਿਰ ਮਿਟੇ। ਭਾਵ ਅੱਖਾਂ ਝਮਕਦੀਆਂ ਨੇ, ਮਿਟਦੀਆਂ ਨੇ, ਬੰਦ ਹੁੰਦੀਆਂ, ਮਿਟਦੀਆਂ, ਚਮਕ ਕੇ ਅੱਖਾਂ ਜਿਹੜੀਆਂ ਨੇ ਉਹ ਚਮਕਦੇ ਹੋਏ ਨੈਣਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਤੱਕ ਕੇ ਤੇ ਹੱਥ ਜੋੜ ਕੇ ਤੇ ਪੰਡਤ ਬ੍ਰਿਜਨਾਥ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਢਹਿ ਪੈਂਦੇ ਤੇ ਆਖਦੇ ਨੇ, ਹੇ ਆਦ ਤੂੰ ਅਨਾਦ ਤੂੰ। ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਨੇ, ਹੇ ਆਦ ਤੂੰ ਅਨਾਦ ਤੂੰ, ਰਕਸ਼ ਰਕਸ਼ ਦਾਸ। ਫਿਰ ਧਿਆਨ ਨਾਲ ਸੁਣਨਾ, ਗੁਰੂ ਨਾਨਕ ਸਾਹਿਬ ਜੀ ਨੂੰ ਪੰਡਤ ਬ੍ਰਿਜਨਾਥ ਜੀ, ਧਾਰਮਿਕ ਵਿਦਿਆ ਦੇਣ ਵਾਲੇ ਪੰਡਤ ਜੀ ਆਖਦੇ ਨੇ, ਹੇ ਆਦ ਤੂੰ ਅਨਾਦ ਤੂੰ, ਰਕਸ਼ ਰਕਸ਼ ਦਾਸ ਨੂੰ ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ। ਪਰ ਰੱਬੀ ਬਾਲਕਾ ਇਸ ਤੋਂ ਪਹਿਲੇ, ਇੰਨੀ ਗੱਲ ਕਹਿਣ ਤੋਂ ਪਹਿਲਾਂ ਹੀ ਬਿਜਲੀ ਦੇ ਲਿਸ਼ਕਾਰੇ ਵਾਂਗ ਉਸ ਜਗ੍ਹਾ ਤੋਂ ਆਪਣੇ ਘਰ ਨੂੰ ਚੱਲ ਪਿਆ। ਜਾਂ ਮਹਿਤਾ ਜੀ ਘਰ ਆਏ ਤਾਂ ਆਪ ਅੱਗੇ ਬਾਲਕਾਂ ਨਾਲ ਖੇਡ ਰਹੇ ਸਨ, ਨੱਸ ਰਹੇ ਸਨ, ਹੱਸ ਰਹੇ ਸਨ, ਰਸ ਰਹੇ ਸਨ, ਰੁੱਖ ਤੇ ਚੜ ਉਤਰ ਰਹੇ ਸਨ, ਛਾਲਾਂ ਮਾਰ ਰਹੇ ਸਨ। ਇੱਕ ਛੂਟ ਕਰਕੇ ਬਾਹਰ ਦੌੜੇ ਤਾਂ ਸਾਰੇ ਬੱਚੇ ਮਗਰ ਦੌੜੇ। ਜਿੱਧਰ ਜਾਂਦੇ ਜੋ ਕਰਦੇ, ਜਿੰਨੇ ਵੀ ਬਾਲਕ ਸਨ ਜਿੱਧਰ ਨੂੰ ਜਾਂਦੇ ਤੇ ਜੋ ਕਰਦੇ ਸਨ, ਬਾਕੀ ਬਾਲਕੇ ਮਗਰ ਲੱਗਦੇ ਸਨ। ਸ਼ਾਮਾਂ ਹੋ ਗਈਆਂ, ਸ੍ਰੀ ਜੀ ਦੌੜ ਕੇ ਘਰ ਆ ਗਏ, ਭਾਵ ਗੁਰੂ ਨਾਨਕ ਸਾਹਿਬ ਜੀ ਦੌੜ ਕੇ ਘਰ ਆ ਗਏ। ਮਗਰੇ ਬਾਲਕ ਵਿਹੜੇ ਵਿੱਚ ਆ ਗਏ, ਆਪ ਨੇ ਪੰਗਤ ਲਾ ਦਿੱਤੀ। ਮਾਤਾ ਦਾ ਪੱਕਾ ਤੇ ਪੱਕ ਰਿਹਾ ਅੰਨ ਪਾਣੀ ਸਭ ਖਿਲਾ ਦਿੱਤਾ, ਸਭ ਨੂੰ ਰਜਾ ਕੇ ਘਰੋਂ ਘਰੀ ਤੋਰ ਦਿੱਤਾ। ਕੁਛ ਦਿਨ ਹੋਰ ਪੰਡਤ ਨੇ ਮੌਜ ਨਾਲ ਜਾਂਦੇ ਰਹੇ ਪੰਡਤ ਦੇ ਕੋਲ। ਉਹਨਾਂ ਦੇ ਕੌਤਕ ਵੇਖ ਕੇ ਤੇ ਬਚਨ ਸੁਣ ਕੇ ਅੰਤ ਪੰਡਤ ਨੂੰ ਸ਼ਰਧਾ ਹੋ ਗਈ ਤੇ ਉਸ ਦੇ ਅੰਦਰ ਉੱਚੇ ਆਤਮਿਕ ਜੀਵਨ ਦਾ ਰੁਮਕਾ ਫਿਰ ਗਿਆ। ਭਾਵ ਪੰਡਤ ਨੂੰ ਨਿਹਾਲ ਕੀਤਾ। ਇੱਥੇ ਤੂਕ ਮਾਤਰ ਮੈਂ ਆਪ ਜੀ ਨੂੰ ਦੱਸਾਂ ਕਿ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਦੱਖਣੀ ਓਂਕਾਰ ਬਾਣੀ ਉਚਾਰੀ। ਤਵਾਰੀਖ ਗੁਰ ਖਾਲਸਾ ਨੇ ਇਹ ਲਿਖਿਆ ਹੈ, ਪਰੰਤੂ ਨਰੋਤਮ ਤਾਰਾ ਸਿੰਘ ਜੀ ਨੇ, ਪੁਰਾਣੇ ਗਿਆਨੀਆਂ ਦਾ ਮਤ ਇਹ ਹੈ ਕਿ ਦੱਖਣੀ ਓਂਕਾਰ ਦੱਖਣ ਦੇਸ਼ ਵਿੱਚ ਉਚਾਰਨ ਕੀਤੀ। ਆਪਾਂ ਇੱਧਰ ਨਹੀਂ ਪੈਣਾ, ਪਰ ਇਹ ਥੋੜ੍ਹਾ ਜਿਹਾ ਸਾਨੂੰ ਸਮਝਾਉਣ ਵਾਸਤੇ ਭਾਈ ਵੀਰ ਸਿੰਘ ਨੇ ਲਿਖਿਆ ਹੈ। ਹੁਣ ਅੱਗੇ ਇਹ ਇੱਥੇ ਸਾਖੀ ਖਤਮ ਹੁੰਦੀ ਹੈ। ਅਗਲੀ ਸਾਖੀ ਜਿਹੜੀ ਹੈ ਹੁਣ ਉਹ ਹੈ ਮੁੱਲਾਂ ਦੀ, ਜਿਹਨੂੰ ਕੁਝ ਇਤਿਹਾਸਕਾਰਾਂ ਨੇ ਕੁਤਬਦੀਨ ਵੀ ਲਿਖਿਆ। ਗੁਰੂ ਨਾਨਕ ਸਾਹਿਬ ਜੀ ਪੰਡਤ, ਪਾਂਧਾ ਤੇ ਪੁਰੋਹਿਤ, ਇਹਨਾਂ ਤਿੰਨਾਂ ਨੂੰ ਜਿਹੜਾ ਨਿਹਾਲ ਕੀਤਾ। ਹਰਦਿਆਲ ਪੁਰੋਹਿਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਸਮੇਂ ਜਦੋਂ ਪੱਤਰੀ ਵਾਚਨ ਗਏ ਨੇ ਹਰਦਿਆਲ ਜੀ, ਉਦੋਂ ਜਿਹੜਾ ਨਿਹਾਲ ਕੀਤਾ ਦਰਸ਼ਨ ਦੇ ਕੇ। ਹੁਣ ਪੁਰੋਹਿਤ ਹਰਦਿਆਲ ਜੀ ਬਾਰ-ਬਾਰ ਘਰ ਜਾਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਘਰ ਦੇ ਪੁਰੋਹਿਤ ਨੇ ਤੇ ਜਾ ਸਕਦੇ ਨੇ। ਪਾਂਧਾ ਜੀ ਦੇ ਕੋਲ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਨੇ ਪਾਇਆ ਗਿਆ, ਪਾਂਧੇ ਗੋਪਾਲ ਪਾਸ, ਤੇ ਗੁਰੂ ਨਾਨਕ ਸਾਹਿਬ ਜੀ ਦੇ ਉਹਨਾਂ ਨੇ ਵੀ ਦਰਸ਼ਨ ਪਰਸ ਲਏ। ਪੰਡਤ ਬ੍ਰਿਜਨਾਥ ਧਾਰਮਿਕ ਵਿੱਦਿਆ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਇਆ ਗਿਆ ਤੇ ਇੱਥੇ ਵੀ ਜਿਹੜਾ ਵਾ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਪੰਡਤ ਬ੍ਰਿਜਨਾਥ ਵੀ ਨਿਹਾਲ ਹੁੰਦਾ। ਹੁਣ ਅੱਗੇ ਮੁਲਾਣਾ ਕੁਤਬਦੀਨ, ਉਹਨਾਂ ਦੀ ਸਾਖੀ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ, ਮਾਤਾ ਪਿਤਾ ਦੈਵੀ ਬਾਲਕ ਉਤੇ ਦੋ ਰੰਗ ਲੰਘਦੇ, ਦੇਖਦੇ
ਪ੍ਰਸੰਨ ਤੇ ਉਦਾਸ ਹੁੰਦੇ ਸਨ। ਧਿਆਨ ਨਾਲ ਦੋ ਰੰਗ, ਦੋਵਾਂ ਰੰਗਾਂ ਨੂੰ ਕਦੇ ਉਹ ਦੁਨਿਆਵੀ ਵਾਲਾ ਕਦੇ ਅਧਿਆਤਮਿਕ ਵਾਲਾ, ਦੋਨਾਂ ਰੰਗਾਂ ਨੂੰ ਵੇਖਦੇ, ਜਦੋਂ ਵੀ ਤੱਕਦੇ ਪ੍ਰਸੰਨ ਹੁੰਦੇ ਤੇ ਕਦੇ ਉਦਾਸ ਹੁੰਦੇ। ਜਦ ਦੇਖਦੇ ਸਨ, ਖੇਲਦੇ, ਹੱਸਦੇ, ਪੜ੍ਹਦੇ ਤਾਂ ਖੁਸ਼ ਹੁੰਦੇ ਸਨ, ਪਰ ਜਦ ਦੇਖਦੇ ਸਨ ਕਿ ਦਿਨ ਭਰ ਸਾਰਾ ਦਿਨ ਮੌਨ ਚੁੱਪ ਕਰਕੇ ਵਣਾਂ ਹੇਠ ਸਾਰਾ ਦਿਨ ਬਹਿ ਰਹਿਣਾ, ਸਦਾ ਫ਼ਕੀਰਾਂ ਦੇ ਬਚਨ ਸੁਣਨੇ, ਜਾਂ ਘਰ ਲੰਮੇ ਹੀ ਪਏ ਰਹਿਣਾ ਤਾਂ ਡਾਢੇ ਦਲਗੀਰ ਹੋ ਜਾਂਦੇ, ਭਾਵ ਉਦਾਸ ਹੋ ਜਾਂਦੇ। ਤਦੋਂ ਹਰਦਿਆਲ ਦੇ ਕਹੇ ਵਾਕ ਤੇ ਆਪਣੇ ਅੱਖੀਂ ਡਿੱਠੇ ਕੌਤਕ, ਜੋ ਬਾਲਕ ਨੂੰ ਅਲੌਕਿਕ ਤੇ ਅਸਚਰਜ ਵਾਲਾ ਦੱਸਦੇ ਸਨ, ਸਭ ਭੁਲੇਵਾਂ ਜਾਪਦੇ ਤੇ ਚਿੰਤਾ ਪੈ ਜਾਂਦੀ ਕਿ ਇੱਕੋ ਇੱਕ ਪੁੱਤਰ ਹੈ, ਇਹ ਭਗਵਾਨ ਕੀ ਬਣੇਗਾ। ਧਿਆਨ ਨਾਲ ਹੁਣ ਸੁਣਨਾ। ਪੰਡਿਤ ਹਰਦਿਆਲ ਜੀ, ਪੁਰੋਹਿਤ ਹਰਦਿਆਲ ਜੀ ਇਹ ਗੱਲ ਆਖਦੇ ਨੇ ਮਹਿਤਾ ਕਲਿਆਣ ਦਾਸ ਨੂੰ ਕਿ ਤੁਹਾਡਾ ਪੁੱਤਰ ਬੜਾ ਅਸਚਰਜ ਹੈ, ਕੌਤਕਾਂ ਵਾਲਾ, ਅਸਚਰਜੀ ਬੰਦਾ, ਪ੍ਰਮਾਤਮਾ ਵੱਲੋਂ ਭੇਜਿਆ ਹੋਇਆ। ਤੇ ਭਾਈ ਇਹ ਕੋਈ ਆਮ ਮਨੁੱਖ ਨਹੀਂ। ਸੰਸਾਰ ਦੇ ਵਿੱਚ ਕਾਰ ਵਿਹਾਰ ਵੇਖਦੇ ਨੇ ਤੇ ਜਦੋਂ ਘਰ ਦੇ ਕੰਮ ਕਾਜ ਕਰਦੇ ਨੇ, ਜਦੋਂ ਘਰ ਵਿੱਚ ਹੱਸਦੇ ਖੇਡਦੇ ਨੇ, ਫਿਰ ਤੇ ਮਾਤਾ ਤ੍ਰਿਪਤਾ ਜੀ ਤੇ ਪਿਤਾ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ ਬੜੇ ਖੁਸ਼ ਹੁੰਦੇ ਨੇ, ਪਰ ਜਦੋਂ ਵੇਖਦੇ ਨੇ ਕਿ ਇਹ ਕਰਦੇ ਕੁਛ ਨਹੀਂ, ਕਦੇ ਤੇ ਵਨਾਂ ਵਿੱਚ ਜੰਗਲਾਂ ਵਿੱਚ ਜਾ ਕੇ ਸਾਧੂਆਂ ਸੰਤਾਂ ਦੇ ਕੋਲ ਬੈਠ ਜਾਂਦੇ ਨੇ, ਪ੍ਰਵਚਨ ਸੁਣਦੇ ਨੇ, ਤੇ ਕਦੇ ਆਣ ਕੇ ਘਰ ਸਾਰੀ ਦਿਹਾੜੀ ਲੰਮੇ ਪਏ ਉਦਾਸ ਜੀ ਚਿਹਰੇ ਦੇ ਨਾਲ। ਪਿਤਾ ਜੀ ਦੇਖਦੇ ਨੇ ਉਦਾਸ ਚਿਹਰਾ ਹੈ, ਪਰ ਪੁਰੋਹਿਤ ਹਰਦਿਆਲ ਜੀ ਆਖਦੇ ਨੇ ਇਹ ਅਸਚਰਜੀ ਰੂਹ ਹੈ, ਬੰਦਗੀ ਵਿੱਚ ਜੁੜੇ ਹੋਏ ਨੇ। ਹੁਣ ਅਰਦਾਸ ਕਰਦੇ ਨੇ, ਇਹ ਭਗਵਾਨ ਕੀ ਬਣੇਗਾ, ਸਾਡਾ ਪੁੱਤਰ ਕਿਸ ਤਰ੍ਹਾਂ ਦਾ ਹੈ। ਹੁਣ ਦੈਵੀ ਬਾਲਕ ਵਣਾਂ ਵਿੱਚ ਬਹੁਤਾ ਰਹਿੰਦਾ ਸੀ, ਔਰ ਆਏ ਗਏ ਤਿਆਗੀ ਦੇ ਦਰਸ਼ਨ ਮੇਲੇ ਹੁੰਦੇ ਰਹਿੰਦੇ ਸਨ। ਉਹਨਾਂ ਦੇ ਸੰਗ ਵਿਦਿਆ ਵਿਗਿਆਨ ਦੇ ਮਸਲੇ ਸੁਣਦੇ ਆਮ ਹੁੰਦਾ ਸੀ। ਜਿਹੜੇ ਮੰਡਲੀ ਹੁੰਦੀ ਸੀ ਨਾ, ਜਿਸ ਤਰ੍ਹਾਂ ਅੱਜ ਵੀ ਵੇਖੋ ਤੁਸੀਂ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਵਿੱਚ ਦਰਖਤ ਹੁੰਦੇ ਸਨ, ਉਹਨਾਂ ਦੇ ਆਲੇ ਦੁਆਲੇ ਇੱਕ ਥੜਾ ਬਣਾਇਆ ਹੁੰਦਾ ਸੀ, ਕੁਝ ਬਜ਼ੁਰਗ ਬੈਠਦੇ ਸਨ, ਸਾਰੀ ਦਿਹਾੜੀ ਵਿਚਾਰ ਚਰਚਾ ਕਰਨੀ ਕਿ ਅੱਜ ਆਹ ਪਿੰਡ ਆਹ ਗੱਲ ਹੋਈ ਹੈ ਜੀ। ਉਹ ਆਪਸ ਵਿੱਚ ਜਿਹੜਾ ਨੇ ਆਪਣੇ ਤਜਰਬੇ ਔਰ ਜੋ ਗਿਆਨ ਹਾਸਲ ਕੀਤਾ ਹੁੰਦਾ ਸੀ, ਉਹ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਸੀ। ਪੁਰਾਣੇ ਸਮੇਂ ਵਿੱਚ ਬੁੱਕਾਂ ਲਈਆਂ ਨਹੀਂ ਸਨ ਜਾਂਦੀਆਂ, ਨਾ ਬੁੱਕਸ ਹੁੰਦੀਆਂ ਸਨ, ਬੜੀ ਮੁਸ਼ਕਿਲ ਕਿਸੇ ਨੇ ਲੈਣੀਆਂ, ਉਹ ਫਿਰ ਕਿਸੇ ਨੇ ਪੜ੍ਹ ਕੇ ਤੇ ਉਸ ਮੰਡਲੀ ਵਿੱਚ ਆਣ ਕੇ ਬੈਠ ਕੇ ਦੱਸਣਾ, ਜਾਂ ਕੋਈ ਪਿੰਡੋਂ ਬਾਹਰੋਂ ਕੋਈ ਸਾਧੂ ਆਇਆ ਉਹਦੇ ਕੋਲੋਂ ਪ੍ਰਵਚਨ ਸੁਣਨੇ। ਇਹ ਆਮ ਗੱਲਾਂ ਹੁੰਦੀਆਂ ਸਨ। ਜਾਂ ਜ਼ਿਆਦਾ ਸਾਧੂਆਂ ਦੀ ਮੰਡਲੀ, ਕੋਈ ਕਿਤੋਂ ਚੱਲ ਕੇ ਆਇਆ, ਕੋਈ ਕਿਤੋਂ ਚੱਲ ਕੇ, ਤੇ ਆਪੋ ਆਪਣੇ ਜਿਹੜੇ ਉਹ ਤਜਰਬੇ ਸਾਂਝੇ ਕਰਦੇ ਸਨ। ਹੁਣ ਇਹ ਕੁਝ ਜਿਹੜਾ ਸੀ, ਕਿਉਂਕਿ ਪਿੰਡਾਂ ਵਿੱਚ ਆਮ ਜਿਹੜੇ ਤਿਆਗੀ ਸਨ ਉਹ ਪਿੰਡਾਂ ਵਿੱਚ ਨਹੀਂ ਸਨ ਬੈਠਦੇ, ਹਾਂ ਪ੍ਰਸ਼ਾਦਾ ਪਾਣੀ ਲੈਣ ਵਾਸਤੇ ਪਿੰਡ ਵਿੱਚ ਆਉਂਦੇ ਸਨ, ਗ੍ਰਾਹੀ ਕਰਕੇ ਇਕੱਠਾ ਕਰਕੇ ਲੈ ਜਾਣਾ ਤੇ ਸ਼ਾਮ ਨੂੰ ਛੱਕ ਕੇ ਫਿਰ ਆਪਣੇ ਵਿਸ਼ਰਾਮ ਵਿੱਚ ਜਾਂ ਅੱਗੇ ਪੈਂਡੇ ਤੇ ਤੁਰ ਪੈਣਾ। ਹੁਣ ਗੁਰੂ ਨਾਨਕ ਸਾਹਿਬ ਜੀ ਇਹ ਸਭ ਕੁਝ ਤੱਕ ਕੇ ਤੇ ਘਰੋਂ ਬਾਹਰ ਨਿਕਲ ਜਾਂਦੇ ਨੇ, ਉਹਨਾਂ ਦੇ ਮਗਰ ਫਿਰ ਉਹਨਾਂ ਦੇ ਕੋਲੋਂ ਇਹ ਸਾਰੇ ਜਿਹੜੇ ਮਸਲੇ ਸੁਣਦੇ ਨੇ, ਸ਼ਾਸਤਰਾਂ ਦੇ ਹਾਲਾਤ ਸ਼ਰਵਣ ਕਰਦੇ, ਉਹਨਾਂ ਨੂੰ ਆਪਣੇ ਅਨੁਭਵ ਗਿਆਨ ਦੀਆਂ ਮੱਤਾਂ ਦਿੰਦੇ ਹਨ। ਪਰੰਤੂ ਇਕਾਂਤ ਬੈਠਣਾ, ਨੈਣ ਮੁੰਦੇ ਬਣਦੀ ਚੁੱਪ ਆਵਾਜ਼ ਵਿੱਚ ਕਾਦਰ ਦੇ ਰੰਗ ਵਿੱਚ ਮਗਨ ਹੋਣਾ, ਨੈਣ ਖੋਲ ਕਾਦਰ ਦੇ ਕੁਦਰਤ ਵਿੱਚ ਦਰਸ਼ਨ ਕਰਨੇ, ਜਿਸ ਨੂੰ ਆਪ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ ਕਹਿ ਕੇ ਉੱਠਦੇ ਸਨ, ਉਹਨਾਂ ਨੂੰ ਅਜਲ ਤੋਂ ਪ੍ਰਾਪਤ ਸੀ। ਇਸ ਪ੍ਰਾਪਤੀ ਵਿੱਚ ਇੱਕ ਸਵਰ ਰਹਿਣਾ, ਇਸ ਵਿੱਚ ਗੋਤੇ ਲੱਗਣੇ, ਇਸ ਵਿੱਚ ਸਰਸ਼ਾਰ ਹੋ ਉੱਠਣਾ, ਇਹ ਬ੍ਰਹਮ ਵਿਦਿਆ ਸੀ ਜੋ ਅਗੰਮੀ ਸੋਮਿਆਂ ਤੋਂ ਆਪ ਵਿੱਚ ਸਦਾ ਰੌਂ ਰੱਖਦੀ ਸੀ। ਉਸ ਮਹਾਨ ਆਤਮਾ ਨੂੰ ਜੋ ਕੁਦਰਤ ਨਾਲ ਇੱਕ ਸਵਰ ਸੀ, ਜੋ ਕੁਦਰਤ ਵਿੱਚ ਰਚਨਾ ਦਾ ਉਮਾ ਤੱਕਦਾ ਸੀ, ਹਾਂ ਉਸ ਨੂੰ ਵਨ ਦੀ ਇਕਾਂਤ ਵਿੱਚ, ਚਿੜੀਆਂ ਦੀ ਚਹਿਚੇ ਵਿੱਚ, ਹਲਟਾਂ ਦੀ ਗੂੰਜ ਵਿੱਚ, ਆਕਾਸ਼ ਦੇ ਨੀਲ ਵਿੱਚ, ਸੂਰਜ ਦੀ ਟਿੱਕੀ ਤੇ ਧਰਤੀ ਵਿੱਚੋਂ ਮਿੱਠੇ ਮਿੱਠੇ ਜਲਾਲ ਵਾਲੇ ਚੜਾਓ ਵਿੱਚ, ਰਾਤ ਦੀ ਭਿੰਨੀ ਭਿੰਨੀ ਸੁੰਦਰਤਾ ਵਿੱਚ, ਤਾਰਾ ਮੰਡਲ ਤੋਂ ਵਸ ਰਹੇ ਸੁਆਹ ਵਿੱਚ, ਚੰਦ ਤੋਂ ਧਰਤੀਆਂ ਦੇ ਫਰਸ਼ਾਂ ਤੇ ਆ ਕੇ ਵਿਸਰੀ ਚਾਂਦਨੀ ਦੇ ਲਹਿਰਾਓ ਵਿੱਚ। ਕਮਾਲ ਦੀ ਗੱਲ ਹੈ, ਭਾਈ ਵੀਰ ਸਿੰਘ ਜੀ ਕਮਾਲ ਲਿਖਦੇ ਨੇ, ਆਖਦੇ ਨੇ ਆਪਣੇ ਸੂਖਮ ਤੇ ਤਰਲ ਸੁੰਦਰਤਾ ਦੇ ਤਰੰਗਾਂ ਵਿੱਚ ਲੀਨ ਕਰਦੇ
ਤੇ ਚਾਉ ਵਿੱਚ ਚਾਉ ਵਾਲਾ ਕਰਕੇ ਸਰੂਰਾਂ ਵਿੱਚ ਲੈ ਜਾਂਦੇ। ਪਰ ਉਸ ਲੁਭਾਈਮਾਨ ਕਰਨ ਵਾਲੀ ਤੇ ਜਗਤ ਤੋਂ ਉੱਚੀ ਲੈ ਜਾਣ ਵਾਲੀ ਕੁਦਰਤ ਨੂੰ ਆਪਣੇ ਵਿੱਚ ਹੀ ਨਹੀਂ, ਉਹਨਾਂ ਨੂੰ ਉਸ ਟਿਕਾਣੇ ਵਿੱਚ ਕੁਦਰਤ ਕਿਸੇ ਸੁੰਦਰਤਾ ਦੇ ਅਸਲੇ ਅੱਗੇ ਉਸ ਸੁੰਦਰਤਾ ਦੇ ਕਿਸੇ ਆਭਾਸ ਤੋਂ ਬਣਿਆ ਪਰਦਾ ਦੇਦੀ ਸੀ। ਬੜੇ ਧਿਆਨ ਨਾਲ ਤੱਕਦੇ ਸਨ। ਬਲਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਲਖਿਆ। ਗੁਰੂ ਨਾਨਕ ਸਾਹਿਬ ਜੀ ਕੁਦਰਤ ਦੇ ਵਿੱਚੋਂ ਉਸ ਪ੍ਰਮਾਤਮਾ ਦੇ ਨਾਮ ਦੀ, ਉਸ ਪ੍ਰਮਾਤਮਾ ਦੇ ਆਨੰਦ ਦੀ ਮੌਜ ਮਾਣਦੇ ਸਨ। ਜਦੋਂ ਇਹ ਸਭ ਕੁਝ ਦੇਖਦੇ ਨੇ, ਖੁੱਭੇ ਹੋਏ ਨੇ ਉਸ ਦਾਤੇ ਦੀ, ਕਰਤਾਰ ਦੀ ਪੈਦਾ ਕੀਤੀ ਹੋਈ ਕੁਦਰਤ ਦੇ ਵਿੱਚ ਮਗਨ, ਪਰ ਇੱਧਰ ਪੰਡਿਤ ਪਾਂਧਾ ਪੁਰੋਹਿਤ ਕੀ ਜਾਣਦੇ ਸਨ ਕਿ ਨਾਨਕ ਦਾ ਦਿਲ ਕਿੱਥੇ ਜਾ ਟਕਰਾਉਂਦਾ ਹੈ। ਕਿਸ ਛੂਹ ਨਾਲ ਛੂ ਕੇ ਉਹ ਸਭ ਤੋਂ ਉਹ ਛੋਹ ਸਾਈਂ ਦੀ ਨਿਰੰਤਰ ਛੂਹ ਨਾਲ ਛੋਇਆ। ਕਦੇ ਕਦੇ ਉਹ ਛੋਹ ਵਿੱਚੋਂ ਸਰੀਰ ਦੇ ਮਨ ਨੂੰ ਵੀ ਨਹੀਂ ਉੱਠਣ ਦਿੰਦਾ। ਆਹਾ, ਕਮਾਲ ਦੀ ਗੱਲ ਹੈ। ਇਹੋ ਛੋਹ ਉਸਨੇ ਜਗਤ ਨੂੰ ਲਾਉਣੀ ਹੈ। ਇਸੇ ਛੋਹ ਦੇ ਦੇਣ ਲਈ ਉਹ ਆਇਆ ਸੀ। ਹਾਂ, ਉਹ ਤ੍ਰੈ ਕੁਤਕਾਂ ਜਿਹੜੇ ਪੰਡਿਤ, ਉਹ ਤਿੰਨੇ ਪੰਡਿਤ, ਪਾਂਧਾ ਤੇ ਪੁਰੋਹਿਤ, ਉਹ ਤਿੰਨੇ ਹੀ ਕੌਤਕ ਵੇਖ ਕੇ ਮੰਨ ਗਏ ਸਨ ਕਿ ਪੂਰਨ ਪੁਰਖ ਹੈ। ਪਰ ਅੰਤਰਗਤੀਆਂ ਨੂੰ ਕੌਣ ਜਾਣਦਾ ਸੀ? ਮਾਤਾ ਪਿਤਾ ਵੀ ਦੇਖਦੇ ਸਨ ਕਿ ਉਸ ਦਾ ਸੁਭਾਅ, ਰੂਪ, ਰੰਗ, ਕੰਮ, ਕਰਨੀਆਂ ਅਨੋਖੇ ਹਨ, ਪਰ ਅੰਤਰਗਤੀ ਨਾ ਸਮਝ ਸਕਣ ਕਰਕੇ ਉਹ ਭੁੱਲ ਵਿੱਚ ਪੈਂਦੇ ਸਨ ਕਿ ਖਬਰੇ ਕੀ ਹੈ। ਜੇ ਸੱਚਮੁੱਚ ਚੰਗਾ ਹੈ ਤਾਂ ਘਰ ਲੁਟਾਉਣਾ, ਆਲਸ ਵਿੱਚ ਸ਼ੈ ਰਹਿਣਾ, ਬਨਾਂ ਵਿੱਚ ਦਲਿੱਦਰ ਪਾ ਬੈਠ ਰਹਿਣਾ, ਖੇਲਣ ਲੱਗਣਾ ਤਾਂ ਖੇਡਦੇ ਹੀ ਰਹਿਣਾ, ਇਹ ਲੱਛਣ ਕੀ ਹਨ? ਆਮ ਮਨੁੱਖ ਵੀ ਜਦੋਂ ਇਹ ਸਭ ਕੁਝ ਵੇਖਦਾ ਹੈ ਤੇ ਅਚਰਜ ਹੁੰਦਾ। ਸੁਦਾ ਦੇ ਹਨ ਕਿ ਵਡਿਆਈ ਦੇ, ਇਸੇ ਨੂੰ ਸਿਆਣੇ ਮਾਇਆ ਕਹਿੰਦੇ ਹਨ। ਮਹਿਤਾ ਜੀ ਹੁਣ ਵੇਖ ਰਹੇ ਸਨ ਕਿ ਪੁੱਤਰ ਬਣ ਨਾਲ ਤੇ ਬਨਵਾਸੀਆਂ ਨਾਲ ਬਹੁਤ ਪਿਆਰ ਵਿੱਚ ਰਹਿੰਦਾ ਹੈ, ਪਰ ਆਪ ਨਹੀਂ ਸਨ ਜਾਣਦੇ ਕਿ ਉਹਨਾਂ ਬਨਵਾਸੀਆਂ ਨਾਲ ਬੈਠਦੇ ਹਨ ਜੋ ਉਸ ਧੁਨ ਵਿੱਚ ਜੋ ਬਾਲਕ ਜੀ ਧਨ ਨਿਰੰਕਾਰ ਦੀ ਆਪ ਲਾਉਂਦੇ ਸਨ, ਉਹਨਾਂ ਨਾਲ ਸ਼ਾਮਲ ਹੋ ਜਾਂਦੇ ਸਨ। ਇਹ ਮਹਿਤਾ ਕਲਿਆਣ ਦਾਸ ਜੀ ਨਹੀਂ ਸਨ ਜਾਣਦੇ ਕਿ ਜਿਹੜੇ ਉੱਥੇ ਬਨਵਾਸੀ ਆਉਂਦੇ ਨੇ, ਨਾਨਕ ਉਹਨਾਂ ਵਿੱਚ ਨਹੀਂ, ਉਹ ਨਾਨਕ ਵਿੱਚ, ਨਾਨਕ ਦੇ ਧਨ ਨਿਰੰਕਾਰ ਦੀ ਧੁਨ ਵਿੱਚ ਜੁੜਦੇ ਸਨ। ਪਰ ਇਹਨਾਂ ਗੱਲਾਂ ਤੋਂ ਮਹਿਤੇ ਦਾ ਦਿਲ ਉਦਾਸ ਰਹਿੰਦਾ ਸੀ। ਉਸ ਦੇ ਆਪਣੇ ਕੰਮਾਂ ਕਾਜਾਂ ਵਿੱਚ ਵੀ ਹਰਜ ਹੁੰਦਾ ਸੀ। ਜਾਂ ਉਹਨਾਂ ਦੇ ਮਾਲਕ ਰਾਏ ਬਲਾਲ ਨੂੰ ਸੂਹ ਲੱਗੀ, ਉਸਨੇ ਮਹਿਤੇ ਨਾਲ ਹਮਦਰਦੀ ਕੀਤੀ। ਆਖਣ ਲੱਗਾ, ਮਹਿਤਾ ਤੂੰ ਪੁੱਤ ਨੂੰ ਫਾਰਸੀ ਪੜ੍ਹਾ। ਜੇ ਤੇਰਾ ਪੁੱਤ ਪੜ੍ਹ ਗਿਆ ਤਾਂ ਤੂੰ ਆਪਣਾ ਕੰਮ ਕਾਜ ਵੀ ਸਿਖਾ ਦੇਵੀਂ, ਫਿਰ ਦਫ਼ਤਰ ਦਾ ਕੰਮ ਉਸਦੇ ਸਪੁਰਦ ਕਰ ਦੇਵੇਂਗਾ। ਪੁੱਤ ਤੇਰਾ ਭਲਾ ਹੈ। ਦੇਖ, ਜੇ ਲੇਖਾ ਪੱਤਾ ਸੰਸਕ੍ਰਿਤ ਨਹੀਂ ਸੋ ਚੰਗਾ ਲੱਗਾ ਤਾਂ ਕੀ ਜਾਣੀਏ ਫਾਰਸੀ ਵਿੱਚ ਦਿਲ ਲੱਗ ਜਾਵੇ। ਇਹ ਸੁਣ ਕੇ ਮਹਿਤੇ ਦਾ ਜੀ ਹੁਣ ਫਾਰਸੀ ਪੜ੍ਹਾਉਣ ਤੇ ਕਰ ਆਇਆ। ਤੇ ਫਿਰ ਮਹਿਤਾ ਕਲਿਆਣ ਦਾਸ ਜੀ ਆਪਣੇ ਪੁੱਤਰ ਨੂੰ ਜਿਹੜਾ ਵਾ ਉਹ ਮੁੱਲਾਂ ਦੇ ਕੋਲ ਪੜ੍ਹਾਉਣ ਵਾਸਤੇ, ਭਾਵ ਮੁੱਲਾਂ ਕੁਤਬਦੀਨ, ਕੁਝ ਇਤਿਹਾਸਕਾਰਾਂ ਨੇ ਇਕੱਲਾ ਮੁੱਲਾਂ ਲਿਖਿਆ, ਕੁਝ ਨੇ ਉਸ ਮੁੱਲਾਂ ਦਾ ਨਾਮ ਕੁਤਬਦੀਨ ਲਿਖਿਆ। ਕੁਤਬਦੀਨ ਜੀ ਪਾਸ ਜਿਹੜਾ ਵਾ ਉਹ ਪੜ੍ਹਨ ਵਾਸਤੇ ਜਿਹੜਾ ਵਾ ਬਿਠਾ ਦਿੱਤਾ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਮਨ ਵਿੱਚ ਜਿਹੜਾ ਸੀ ਉਹ ਕਾਦਰ ਦੀ ਕੁਦਰਤ ਦੇ ਨਾਲ ਪਿਆਰ ਸੀ। ਭਾਈ ਸਾਹਿਬ ਲਿਖਦੇ ਨੇ ਕਿ ਦੈਵੀ ਜੋਤ ਦਾ ਜੀ ਨਹੀਂ ਸੀ ਕਰਦਾ ਕਿ ਮਾਤਾ ਪਿਤਾ ਜੋ ਕਹਿਣ ਸੋ ਕਰੇ, ਨਹੀਂ, ਜੋ ਉਹ ਕਹਿੰਦੇ ਉਹ ਸਾਵਧਾਨ ਹੋ ਕੇ ਲੱਗ ਪੈਂਦੇ। ਪਰ ਉਹ ਕੁਦਰਤ ਦੇ ਕਾਦਰ ਨਾਲ ਸੁੱਤੇ ਹੀ ਇੱਕ ਸੁਰ ਸਨ। ਕੁਦਰਤ ਦੀ ਸੁੰਦਰਤਾ ਤੇ ਰਚਨਾ ਦੇ ਉਮਾਦ ਦੀ ਸੱਦ ਨਾਲ ਬੇਵਸੀ ਖਿੱਚ ਪੈਂਦੀ। ਜੇ ਇੱਥੇ ਹੀ ਬਸ ਹੁੰਦੀ ਤਾਂ ਹੋਰ ਗੱਲ ਸੀ। ਹੁਣ ਤਾਂ ਕੁਦਰਤ
ਵਾਲੇ ਸੁੰਦਰ ਦੀ ਅਰੂਪ ਸੁੰਦਰਤਾ ਵਿੱਚ ਮਗਨ ਹੋ ਜਾਂਦੇ, ਬੇਵਸੇ ਮਗਨ ਹੋ ਜਾਂਦੇ। ਬੇਵਸੇ ਹਾਂ, ਜੇ ਵਸ ਵਿੱਚ ਹੁੰਦਾ ਕਿ ਮਗਨ ਨਾ ਹੋਣ ਤਾਂ ਨਾਨਕ ਅਰਸ਼ੀ ਸੁਲਤਾਨ ਜੀ ਇੱਕ ਵਿਦਿਆਵਾਨ ਜਾਂ ਇੱਕ ਗੁਣੀ ਹੁੰਦੇ, ਪਰ ਉਹ ਰੱਬੀ ਛੂਹ ਵਿੱਚ ਨਿਰੰਤਰ ਰਹਿਣ ਵਾਲੇ ਰੱਬੀ ਰੌਂ ਨਾਲ ਸਦਾ ਸਰਸ਼ਾਰ ਚਸ਼ਮੇ ਆਪਣੇ ਉਸ ਰੱਬੀ ਛੂਹ ਨਾਲ ਜਗਤ ਨੂੰ ਜਿਉਂਦਾ ਕਰਨ ਵਾਲੇ ਅਗੰਮ ਨਾਲ ਇੱਕ ਸਵਰ ਸਨ। ਉਹ ਕਿਵੇਂ ਹੋ ਸਕਦਾ ਸੀ ਕਿ ਇਲਾਹੀ ਜਲਵੇ ਕੁਦਰਤ ਦੇ ਜਦੋਂ ਕਾਦਰ ਦਾ ਪ੍ਰਤੱਖ ਚਮਤਕਾਰ ਮਾਰਦੇ ਤਾਂ ਉਹ ਉਸ ਵਿੱਚ ਮਗਨ ਨਾ ਹੋ ਜਾਂਦੇ, ਔਰ ਸਦਾ ਉਸ ਘਰ ਵਿੱਚ ਨਾ ਨਿਵਾਸ ਰੱਖਦੇ ਜੋ ਘਰ ਕੇ ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ ਦੱਸਿਆ ਹੈ। ਇਸ ਤਰ੍ਹਾਂ ਕੁਛ ਦਿਨ ਉਹਨਾਂ ਨੂੰ ਫਿਰ ਚਹਿ ਕੇ ਵੇਖ ਕੇ ਇੱਕ ਦਿਨ ਪਿਤਾ ਜੀ ਉਹਨਾਂ ਨੂੰ ਫਾਰਸੀ ਦੇ ਉਸਤਾਦ ਪਾਸ ਲੈ ਗਏ, ਜਿਨ੍ਹਾਂ ਨੂੰ ਕੁਤਬਦੀਨ ਆਖਿਆ ਜਾਂਦਾ ਹੈ। ਅੱਗੇ ਵਾਂਗ ਉਹ ਮਕਸਦ ਵਿੱਚ ਵੀ ਪੜ੍ਹਨ ਲੱਗੇ। ਮੁੱਲਾ ਅਸਚਰਜ ਹੋ ਗਿਆ ਕਿ ਕਿਤਨੀ ਛੇਤੀ ਪੜ੍ਹ ਗਏ। ਸਿਬਤ ਪ੍ਰਕਾਸ਼ ਭਈ ਕਾਲੂ ਸੁਤ ਬੁੱਧ ਰਾਸ ਪਾਰਸੀ ਇਲਮ ਜੋ ਕਠਨ ਸਿੱਖਿਓ ਹੈ। ਇਹ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਕਿ ਕਠਨ ਸਿੱਖਿਆ ਵੀ ਜਿਹੜਾ ਵਾ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਧਿਆਨ ਦੇ ਨਾਲ ਸਿੱਖ ਲਈ। ਬਾਹਰੋਂ ਅੰਦਰਲੀ ਖਿੱਚ, ਕੁਦਰਤ ਦੀ ਸੋਝ ਨਾਲ ਪ੍ਰੇਮ ਦੇ ਮਗਨਤਾ, ਕਾਦਰ ਦੀ ਖਿੱਚ ਵਿੱਚ ਲੀਨਤਾ ਤੇ ਜਗਤ ਦੀ ਵਿਦਿਆ ਤੇ ਪਦਾਰਥਾਂ ਦੀ ਪ੍ਰਾਪਤੀ ਦੀ ਉਦਾਸੀ, ਇਹ ਭਿੰਨੀ ਭਿੰਨੀ ਤ੍ਰੇਲ ਵਾਂਗੂ ਆਪਣੀ ਸਦਾ ਫੁਹਾਰ ਜਾਰੀ ਰੱਖ। ਇੱਕ ਦਿਨ ਇਸੇ ਪ੍ਰਕਾਸ਼ ਦੀ ਉਦਾਸੀ ਵਿੱਚ ਉਸਤਾਦ ਨੇ ਕਿਹਾ, ਨਾਨਕ ਕਈ ਦਿਨ ਤੋਂ ਤੂੰ ਪੜ੍ਹਦਾ ਨਹੀਂ, ਆਉਂਦਾ ਵੀ ਵੇਲੇ ਸਿਰ ਨਹੀਂ, ਤੁਰ ਵੀ ਆਪੇ ਜਾਂਦਾ ਹੈ। ਤਾਂ ਉਹਨਾਂ ਨੇ ਉੱਤਰ ਦਿੱਤਾ, ਮੈਂ ਪੜ੍ਹਿਆ ਹਾਂ, ਜੋ ਪੜ੍ਹਿਆ ਹਾਂ, ਪੜ੍ਹਦਾ ਹਾਂ, ਜੋ ਪੜ੍ਹਾਉਂਦਾ ਹੈ। ਫਿਰ ਧਿਆਨ ਨਾਲ ਸੁਣਨਾ। ਉਸਤਾਦ ਮੁੱਲਾ ਕੁਤਬਦੀਨ ਆਖਦਾ ਹੈ ਕਿ ਤੂੰ ਵੇਲੇ ਸਿਰ ਆਉਂਦਾ ਨਹੀਂ, ਜੋ ਮੈਂ ਪੜ੍ਹਾਉਂਦਾ ਪੜ੍ਹਦਾ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਉੱਤਰ ਦਿੰਦੇ ਨੇ, ਮੈਂ ਪੜ੍ਹਿਆ ਹਾਂ, ਜੋ ਪੜ੍ਹਾਇਆ, ਮੈਂ ਪੜ੍ਹਦਾ ਹਾਂ, ਜੋ ਪੜ੍ਹਾਉਂਦਾ ਹੈ। ਮੁੱਲਾ ਨੇ ਪੁੱਛਿਆ, ਕੌਣ ਹੈ ਜੋ ਤੈਨੂੰ ਪੜ੍ਹਾਉਂਦਾ ਹੈ ਤੇ ਕੀ ਪੜ੍ਹਾਉਂਦਾ ਹੈ? ਕਮਾਲ ਦੀ ਗੱਲ ਹੈ ਨਾ। ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੀ ਗੱਲ ਕਰਦੇ ਨੇ ਇੱਥੇ। ਗੁਰੂ ਨਾਨਕ ਸਾਹਿਬ ਜੀ ਫਿਰ ਧਿਆਨ ਨਾਲ ਸੁਣਨਾ ਕਿ ਕਹਿੰਦੇ, ਮੈਂ ਪੜ੍ਹਿਆ ਹਾਂ, ਜੋ ਪੜ੍ਹਿਆ ਹਾਂ, ਪੜ੍ਹਦਾ ਹਾਂ, ਜੋ ਪੜ੍ਹਾਉਂਦਾ ਹੈ। ਤੇ ਮੁੱਲਾ ਨੇ ਪੁੱਛਿਆ, ਕੌਣ ਪੜ੍ਹਾਉਂਦਾ ਹੈ ਤੈਨੂੰ ਤੇ ਕੀ ਪੜ੍ਹਾਉਂਦਾ? ਇਸ ਵੇਲੇ ਉਹਨਾਂ ਦੇ ਹੱਥ ਵਿੱਚ ਇੱਕ ਸੰਚੀ ਲਿਖੀ ਹੋਈ ਸੀ, ਜੋ ਉਹਨਾਂ ਨੇ ਮੁੱਲਾ ਦੇ ਹੱਥ ਵਿੱਚ ਦਿੱਤੀ। ਇਹ 6 ਹਰਫੀ ਸੀ, ਜਿਸ ਵਿੱਚ ਇੱਕ ਇੱਕ ਫਾਰਸੀ ਹਰਫ ਦੇ ਅੱਗੇ ਉਸਦੇ ਅਰਥ ਵਿਰਾਗ ਤੇ ਵਾਹਿਗੁਰੂ ਦੇ ਜਸ ਨਾਲ ਭਰੇ ਹੋਏ ਲਿਖੇ ਹੋਏ ਸਨ। ਇਹ ਪੜ੍ਹ ਕੇ ਮੁੱਲਾਂ ਦਾ ਸੀਸ ਨਿਉ ਗਿਆ ਤੇ ਉਸ ਨੇ ਕਿਹਾ ਕਿ ਤੁਸੀਂ ਉੱਚੇ ਇਲਮ ਦੇ ਆਲਮ ਹੋ, ਤੁਸੀਂ ਰੱਬ ਦੇ ਹੋ, ਉਸਦੇ ਆਪਣੇ ਹੋ। ਇਹ ਉਮਰਾਂ, ਇਹ ਖਿਆਲ ਤੁਸਾਂ ਵਿੱਚ ਅੱਲਾ ਬੋਲਦਾ ਹੈ। ਇਹ ਕਹਿ ਕੇ ਸੀਸ ਨਵਾਇਆ। ਗੁਰੂ ਜੀ ਘਰ ਆ ਗਏ। ਹੁਣ ਫਿਰ ਉਹ ਰੰਗ ਬੱਝ ਗਿਆ। ਬੰਨ ਵਿੱਚ ਦਿਨ ਬਿਤਾਉਣਾ, ਸਾਰਾ ਦਿਨ ਲੰਮੀ ਤਾਣ ਕੇ ਪਏ ਰਹਿਣਾ, ਬੋਲਣਾ ਚੱਲਣਾ ਵੀ ਬੰਦ ਕਰ ਛੱਡਿਆ। ਅੰਨ ਵੀ ਕਦੇ ਖਾ ਲੈਣਾ, ਕਦੇ ਨਾ ਖਾਣਾ। ਇਸ ਤੋਂ ਚਿੰਤਾ ਵੱਧ ਗਈ ਤੇ ਖਿਆਲ ਪਰਿਵਾਰ ਕੋਈ ਇਹ ਆਇਆ ਕਿ ਬਨ ਵਿੱਚ ਫਿਰਦਿਆਂ ਕੋਈ ਸਾਇਆ ਅਸੇਬ ਹੋ ਗਿਆ ਹੈ। ਭਾਵ ਜਿਸ ਤਰ੍ਹਾਂ ਆਮ ਅਸੀਂ ਕਹਿੰਦੇ ਨਾ ਕਿ ਇਹ ਬਨ ਵਿੱਚ ਗਏ ਨੇ, ਉੱਥੇ ਕਿਸੇ ਦਾ ਸਾਇਆ ਪੈ ਗਿਆ ਤੇ ਭਾਵ ਪ੍ਰੇਤ ਆਤਮਾ ਜਾਂ ਇਸ ਤਰ੍ਹਾਂ ਅਸੀਂ ਕੁਛ ਮੰਨ ਲੈਂਦੇ ਹਾਂ। ਤੇ ਉਸ ਸਮੇਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਪਰਿਵਾਰ ਨੇ ਸਮਝ ਲਿਆ ਕਿ ਸ਼ਾਇਦ ਕੋਈ ਸਾਇਆ ਪੈ ਗਿਆ, ਜਿਹੜਾ ਇਹ ਸੁੱਧ ਬੁੱਧੀ ਭੁਲਾਈ ਬੈਠਾ ਹੈ। ਜਦੋਂ ਇਹ ਸਾਰਾ ਕੁਝ ਹੋਇਆ ਤੇ ਮੁੱਲਾਂ ਨੇ ਆ ਕੇ ਬਹੁਤ ਯਤਨ ਕੀਤੇ, ਪਰ ਉਹ ਜਿਵੇਂ ਪਏ ਸਨ, ਅੱਖਾਂ ਮੀਟ ਕੇ ਪਏ ਹੀ ਰਹੇ। ਜਦ ਮੁੱਲਾ ਹਾਰ ਗਿਆ ਤਾਂ ਉਸਨੇ ਹੌਲੇ ਜਿਹੇ ਕਿਹਾ, ਨਾਨਕ ਜਿਸ ਸਾਈਂ ਦਾ ਤੂੰ ਪਿਆਰਾ ਹੈ, ਉਸਦੇ ਸਦਕੇ ਇੱਕ ਵੈਰੀ ਤਾਂ ਉੱਠ ਕੇ ਬੈਠ। ਆਪਣੇ ਪਿਆਰੇ ਦਾ ਵਾਸਤਾ ਸੁਣ ਕੇ ਸਾਰੇ ਉੱਠ ਬੈਠੇ। ਗੁਰੂ ਨਾਨਕ ਸਾਹਿਬ ਜੀ ਚਾਦਰ ਵਿੱਚ ਲੁਕਿਆ ਮੂੰਹ, ਜੋ ਉਦਾਸੀ ਦਾ ਬੱਦਲ ਨਿਕਲਣਾ ਚਾਹੀਦਾ ਸੀ, ਪੁੰਨਿਆਂ ਦਾ ਚੰਨ ਚਮਕ ਮਾਰਦਾ ਦਿਸਿਆ। ਅੱਖਾਂ ਵਿੱਚ ਲਾਲ ਡੋਰੇ ਅੰਗੂਰਾਂ ਵਾਂਗੂ ਭਖ ਭਖ ਰਹੇ ਸਨ। ਇੱਕ ਪਿਆਰ ਭਰੀ ਅਰਦਾਸ ਉਹਨਾਂ ਵਿੱਚੋਂ ਚੋ ਚੋ ਪੈ ਰਹੀ ਸੀ।
ਇੱਕ ਸ਼ੈਣ ਤੇ ਝਿੜਕਦੀ ਨੈਣਾ ਤੋਂ ਬਰਸਦੀ ਸੀ, ਇੱਕ ਰਮਜ ਵੈਰਾਗ ਦੀ ਸੀ, ਇੱਕ ਮਟਕ ਉਤਲੇ ਪਾਸੇ ਦੀ ਖਿੱਚ ਤੇ ਰਸ ਦੀ ਸੀ। ਬੜੀ ਮਿੱਠੀ ਸੁਰ ਵਿੱਚ ਬੋਲੇ, ਹਾਂ ਬੋਲੇ ਉਸ ਬੋਲੀ ਵਿੱਚ ਜੋ ਫਾਰਸੀ ਹੀ ਹੈ ਕਿ ਸਭ ਤੋਂ ਪਹਿਲੀ ਉਰਦੂ ਦੀ ਮਾਂ ਹੈ। ਅਰਥਾਤ ਫਾਰਸੀ ਵਿੱਚ ਕਿਤੇ ਕੋਈ ਹਿੰਦੁਸਤਾਨੀ ਦਾ ਲਫ਼ਜ਼ ਪੈ ਜਾਣਾ, ਉਸ ਫਾਰਸੀ ਵਿੱਚ ਜੋ ਪੰਜਾਬੀ ਨਾਲ ਅਜੇ ਸ਼ੈਨਤਾ ਮਾਰਨ ਲੱਗੀ ਸੀ। ਆਪ ਬੋਲੇ, ਜਕ ਅਰਜ ਗੁਫਤਮ ਪੇਸ਼ ਤੋਦਰ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੁਮ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੋਏ ਅਜਰਾਇਲ ਗਿਰਫਤ ਹੈ ਦਿਲ ਹੇਚ ਨਾ ਦਾਨੀ ਰਹਾਓ। ਇਹ ਪੂਰਾ ਸ਼ਬਦ ਉਚਾਰਿਆ। ਇਹ ਉਚਾਰ ਕੇ ਆਪ ਨੇ ਮੁੱਲਾਂ ਨੂੰ ਸੰਬੋਧਨ ਕੀਤਾ ਕਿ ਆਓ ਇਉਂ ਬਿਰਥਾ ਜਾ ਰਹੀ ਹੈ, ਭਾਵ ਉਮਰ ਇਸ ਤਰ੍ਹਾਂ ਬਿਰਥਾ ਜਾ ਰਹੀ ਹੈ, ਸੰਭਾਲੋ ਇਸ ਉਮਰ ਨੂੰ। ਮੁੱਲਾਂ ਦੇ ਉਪਦੇਸ਼ ਦਾ ਅਜੀਬ ਅਸਰ ਹੋਇਆ। ਹੱਥ ਜੋੜ ਬੋਲਿਆ, ਚਰਨ ਸ਼ਰਨ ਮੈਂ ਕੀਨੋ ਪਰਨਾ ਹਰੋ ਮੋਹਿ ਜਗ ਜਨਮ ਰੋ ਮਰਨਾ ਬਿਰਧਨ ਤੇ ਤੁਮ ਬਿਰਧ ਵਡੇਰੇ ਕਰ ਉਪਦੇਸ਼ ਕਟੋ ਦੁਖ ਮੇਰੇ। ਇਹ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਇਸ ਤਰ੍ਹਾਂ ਮੁੱਲਾਂ ਜੀ ਬੋਲੇ। ਆਪ ਦੇ ਉਪਦੇਸ਼ ਦਿੱਤਾ ਇਲਾਹੀ ਰੰਗਤ ਦਾ ਰੰਗ ਲਿਆਇਆ ਤੇ ਅੰਤਮ ਹੁਕਮ ਦਿੱਤਾ, ਸਤਿਨਾਮ ਇੱਕ ਚਿੱਤ ਲਿਵਲਾਈ ਜਪਹੁ ਦੇਹ ਅਭਿਮਾਨ ਗਵਾਈ ਸਤ ਸੰਗਤ ਕੀ ਸੇਵ ਅਭੰਗਾ ਕਰੋ ਸੁਖਦ ਨਿਤ ਸੰਗ ਉਮੰਗਾਏ। ਨਾਨਕ ਪ੍ਰਕਾਸ਼ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ ਮੁੱਲਾਂ ਨੂੰ ਉਪਦੇਸ਼ ਦਿੱਤਾ। ਮੁੱਲਾਂ ਰਾਜੀ ਕਰਨ ਆਇਆ, ਆਪ ਰਾਜੀ ਹੋ ਕੇ ਤੁਰ ਗਿਆ। ਭਾਵ ਬਾਲਕ ਨੂੰ ਠੀਕ ਕਰਨ ਵਾਸਤੇ ਆਇਆ ਸੀ, ਪਰ ਆਪ ਠੀਕ ਹੋ ਕੇ ਤੁਰ ਗਿਆ। ਕਦੇ ਅਗੰਮ ਅਕੇ ਤੇ ਖੇੜੇ, ਕਦੇ ਮੌਨ ਚੁੱਪ ਧਾਰ ਕੇ ਰਹਿਣਾ, ਦੋ ਰੰਗ ਅਚਰਜ ਸਨ। ਜਾਪਦਾ ਹੈ ਕਿ ਉਹਨਾਂ ਨੇ ਆਪਣੇ ਰੂਹਾਨੀ ਹੁਲਾਰੇ, ਚਰਨਾਂ ਦੇ ਰੰਗ ਰਸ, ਕੁਦਰਤ ਦੀ ਸੋਝ, ਕਾਦਰ ਦੀਆਂ ਅੰਦਰੋਂ ਬਾਹਰੋਂ ਛੂਹਾਂ ਤਾਂ ਉਹਨਾਂ ਨੂੰ ਅੰਦਰਲੇ ਦੇ ਉੱਚੇ ਚਾਉ ਵਿੱਚ ਰੱਖਦੀਆਂ ਸਨ। ਪਰ ਜਗਤ ਦਾ ਦੁੱਖ, ਜਗਤ ਜਰੰਦੇ ਦੀ ਪੀੜਾ, ਇਹ ਕਿਵੇਂ ਦੂਰ ਹੋਵੇ? ਉਹਨਾਂ ਨੂੰ ਚੁੱਪ ਤੇ ਕਈ ਦਿਨ ਗੁੰਮ ਪਏ ਰਹਿਣ ਵਾਲੀ ਅਵਸਥਾ ਵਿੱਚ ਲੈ ਜਾਂਦੀਆਂ ਸਨ। ਹਿਰਦਾ ਜਗਤ ਦੇ ਕਸ਼ਟ ਸੁਣ ਸੁਣ ਕੇ ਜਗਤ ਰੱਖਿਆ ਕਿਵੇਂ ਹੋਵੇ ਦੇ ਦਰਦ ਵਿੱਚ ਹਮਦਰਦ ਹੋ ਜਾਂਦਾ ਸੀ। ਸੋ ਇਸ ਤਰ੍ਹਾਂ ਮੌਲਾਨਾ ਕੁਤਬਦੀਨ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕੇ ਆਪਣੇ ਅੰਦਰ ਦੀ ਪੀੜਾ ਜਿਹੜੀ ਸੀ ਉਹ ਗੁਰਬਾਣੀ ਦੇ ਸ਼ਬਦਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ। ਪਰ ਦੁਨਿਆਵੀ ਪੁਰਸ਼ ਕੀ ਸਮਝੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਘਰ ਵਿੱਚ ਜਿਹੜੀ ਉਦਾਸੀ ਹੈ ਉਹ ਕਾਹਦੀ ਉਦਾਸੀ ਹੈ? ਦੁਨਿਆਵੀ ਪੁਰਸ਼ ਕੀ ਸਮਝੇ ਕਿ ਗੁਰੂ ਨਾਨਕ ਸਾਹਿਬ ਜੀ ਜਿਸ ਉਦਾਸੀ ਵਿੱਚ ਜੁੜੇ ਨੇ ਉਹ ਪੂਰੇ ਸੰਸਾਰ ਦੀ, ਦੁਨੀਆ ਦੀ ਉਦਾਸੀ ਆਪ ਹਰਨ ਕਰਨ ਵਾਸਤੇ ਜਿਹੜਾ ਵਾ ਉਹ ਅੱਗੇ ਆਪਣੇ ਸਾਹਮਣੇ ਵੇਖ ਕੇ ਕਿ ਕਿਸ ਤਰ੍ਹਾਂ ਇਸ ਸੰਸਾਰ ਦੇ ਦੁੱਖਾਂ ਨੂੰ ਕੱਟਿਆ ਜਾਏ, ਉਸ ਉਦਾਸੀ ਵਿੱਚ ਜੁੜਦੇ ਤੇ ਜਦੋਂ ਖੇੜੇ ਵਿੱਚ ਆਉਂਦੇ ਉਦੋਂ ਨਿਰੰਕਾਰ ਦੀ ਬਾਣੀ ਵਿੱਚ ਜੁੜੇ ਹੋਏ ਉਸ ਨਿਰੰਕਾਰ ਨੂੰ ਯਾਦ ਕਰਦੇ ਸਨ। ਸੋ ਇਸ ਤਰ੍ਹਾਂ ਦੁਨਿਆਵੀ ਪੁਰਸ਼ ਕੀ ਸਮਝੇ, ਪਰ ਉਸਤਾਦ ਗੁਰੂ ਨਾਨਕ ਸਾਹਿਬ ਜੀ ਦੇ ਰੂਹਾਨੀ ਚਿਹਰੇ ਨੂੰ ਤੱਕ ਕੇ, ਉਹਨਾਂ ਦੀਆਂ ਕਰਨੀਆਂ ਨੂੰ ਤੱਕ ਕੇ ਇਹ ਸਮਝ ਗਿਆ ਸੀ, ਭਾਵ ਮੁੱਲਾ ਕੁਤਬਦੀਨ, ਕਿ ਗੁਰੂ ਨਾਨਕ ਸਾਹਿਬ ਜੀ ਇਲਾਹੀ ਜੋਤ ਨੇ, ਇਹ ਜਗਤ ਦੇ ਕਲਿਆਣ ਵਾਸਤੇ ਆਏ ਹਨ। ਉਹਨਾਂ ਨੇ ਮਹਿਤਾ ਕਲਿਆਣ ਦਾਸ ਜੀ ਨੂੰ ਇਹ ਆਖਿਆ, ਇਹ ਕੋਈ ਅਲੌਕਿਕ ਪੁਰਸ਼ ਹੈ। ਇੱਥੋਂ ਵੀ ਮਹਿਤਾ ਕਲਿਆਣ ਦਾਸ ਨੂੰ ਨਿਰਾਸਤਾ ਮਿਲੀ, ਕਿਉਂਕਿ ਪਿਤਾ ਜੀ ਇਹ ਚਾਹੁੰਦੇ ਸਨ ਕਿ ਮੇਰਾ ਪੁੱਤਰ ਵੱਡਾ ਪੁਰਸ਼ ਬਣੇ, ਪੜ੍ਹਿਆ ਲਿਖਿਆ, ਮੇਰੇ ਤਰ੍ਹਾਂ ਆਪਣੇ ਕੰਮ ਧੰਦੇ ਨਿਪਟਾਏ, ਪਰ ਗੁਰੂ ਨਾਨਕ ਸਾਹਿਬ ਜੀ ਤੇ ਜਗਤ ਦੇ ਕੰਮਾਂ ਨੂੰ ਨਿਪਟਾਉਣ ਵਾਸਤੇ ਆਏ ਸਨ। ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਆਪਣੇ ਜੀਵਨ ਵਿੱਚ ਚਮਤਕਾਰ ਕਰਦੇ ਹੋਏ ਆਪਣੇ ਜੀਵਨ ਦੀਆਂ ਪੌੜੀਆਂ ਨੂੰ ਅੱਗੇ ਚੜ੍ਹਦੇ ਹਨ। ਸੋ ਕੱਲ ਨੂੰ ਅਸੀਂ ਅਗਲੀ ਜਿਹੜੀ ਸਾਖੀ ਹੈ ਉਹ ਸਰਵਣ ਕਰਾਂਗੇ। ਅੱਜ ਦੋ ਸਾਖੀਆਂ, ਪੰਡਿਤ ਕੁਤਬਦੀਨ ਤੇ ਮੁੱਲਾ, ਮਾਫ ਕਰਨਾ, ਪੰਡਿਤ ਬ੍ਰਿਜਨਾਥ ਤੇ ਪੰਡਿਤ ਮੁੱਲਾ ਕੁਤਬਦੀਨ, ਇਹਨਾਂ ਦੋ ਦੀਆਂ ਅਸੀਂ ਸਾਖੀਆਂ ਸੁਣੀਆਂ। ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਬੜਾ ਪਿਆਰ ਬਖਸ਼ਿਆ, ਆਪਣੀ ਇਲਾਹੀ ਵਿਦਿਆ ਦੇ ਨਾਲ ਇਹਨਾਂ ਨੂੰ ਨਿਹਾਲ ਕੀਤਾ। ਸੋ ਕੱਲ ਨੂੰ ਅਸੀਂ ਅਗਲੀ ਕਲਾਸ ਜੁੜਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।